ਤਾਂ ਇਸ ਵਕਤ ਜਿਹੜਾ ਕਿਸਾਨੀ ਸੰਘਰਸ਼ ਪੂਰੇ ਜ਼ੋਰਾਂ ਤੇ ਤਾਂ ਤੁਸੀਂ ਲਗਾਤਾਰ ਤਸਵੀਰਾਂ ਜਿਹੜੀਆਂ ਸੁਰਖਾਬ ਟੀਵੀ ਦੇ ਉੱਤੇ ਦੇਖ ਰਹੇ ਹੋ ਕਿਸਾਨੀ ਸੰਘਰਸ਼ ਦੀਆਂ। ਤਾਂ ਇਸ ਵਕਤ ਸਾਡੇ ਨਾਲ ਡਾਕਟਰ ਸੁਖਪ੍ਰੀਤ ਸਿੰਘ ਉਦੋਂ ਕੇ ਵੀਰ ਸਿੰਘ ਤਾਂ ਉਹਨਾਂ ਦੀ ਟੀਮ ਜਿਹੜੀ ਆ ਉਹ ਇੱਥੇ ਮੌਜੂਦ ਆ। ਤਾਂ ਕੁੰਡਲੀ ਬਾਰਡਰ ਤੇ ਮੌਜੂਦ ਆ। ਤਾਂ ਪਿਛਲੇ ਪਹਿਲੇ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਤਾਦਾਦ ਦੇ ਵਿੱਚ ਜਿਹੜੀ ਆ ਉਹ ਫੋਰਸ ਵੀ ਲੱਗੀ ਹੋਈ ਹੈ ਕਿਤੇ ਨਾ ਕਿਤੇ ਇਹ ਕਿਸਾਨੀ ਸੰਘਰਸ਼ ਨੂੰ ਜਿਹੜਾ ਉਹ ਰੋਕਣ ਲਈ ਇੱਥੇ ਫੋਰਸ ਵੀ ਖੜੀ ਹੈ। ਤਾਂ ਡਾਕਟਰ ਸਾਹਿਬ ਨਾਲ ਗੱਲ ਕਰਾਂ। ਡਾਕਟਰ ਸਾਹਿਬ, ਪਹਿਲੀਆਂ ਮੀਟਿੰਗਾਂ ਜਿਹੜੀਆਂ ਬਸਿੱਟਾ ਰਹੀਆਂ ਤਾਂ ਅੱਜ ਫਿਰ ਮੀਟਿੰਗਾਂ ਲੱਗ ਰਿਹਾ ਕਿ ਉਹਦੇ ਵਿੱਚੋਂ ਵੀ ਕੁਝ ਨਿਕਲ ਕੇ ਸਾਹਮਣੇ ਨਹੀਂ ਆਵੇਗਾ? ਵੇਖੋ, ਪਹਿਲੀਆਂ ਬੇਸ਼ੱਕ ਬੇਸਿੱਟਾਂ ਰਹੀਆਂ ਨੇ, ਅੱਜ ਵਾਲੀ ਵੀ ਲੱਗ ਰਿਹਾ ਕਿ ਨਿਕਲ ਕੇ ਕੁਝ ਨਹੀਂ ਸਾਹਮਣੇ ਆਉਣਾ। ਪਰ ਇਹਦੇ 'ਚ ਪਹਿਲੀ ਮੀਟਿੰਗ ਤੋਂ ਲੈ ਕੇ ਹੁਣ ਤੱਕ ਜਿਹੜਾ ਇੱਕ ਬਦਲਾਅ ਨਜ਼ਰ ਆ ਰਿਹਾ ਮੀਟਿੰਗਾਂ ਦੇ ਵਿੱਚ। ਪਹਿਲਾਂ ਜਥੇਬੰਦੀਆਂ ਦੀ ਗਿਣਤੀ ਬੜੀ ਘੱਟ ਸੀ। ਦੂਸਰੀ ਔਰ ਤੀਸਰੀ ਮੀਟਿੰਗ ਦੇ ਵਿੱਚ ਸ਼ਾਮਲ ਹੋਈਆਂ ਜਥੇਬੰਦੀਆਂ ਦੀ ਗਿਣਤੀ 30 ਤੱਕ ਗਈ। ਅੱਜ ਜਿਹੜੀ ਉਹ ਗਿਣਤੀ ਆ ਉਹਨਾਂ ਦੇ ਨੁਮਾਇੰਦੇ ਦੀ 50 ਤੱਕ ਚਲੀ ਗਈ ਆ। ਸੋ ਸਭ ਤੋਂ ਅਹਿਮ ਗੱਲ ਜਿਹੜੀ ਇਹ ਆ ਕਿ ਪਹਿਲਾਂ ਸਿਰਫ ਪੰਜਾਬ ਦੀਆਂ ਜਿਹੜੀਆਂ ਜਥੇਬੰਦੀਆਂ ਸੀ ਉਹ ਨੁਮਾਇੰਦਗੀ ਕਰ ਰਹੀਆਂ ਸੀ। ਬੇਸ਼ੱਕ ਨੁਮਾਇੰਦਗੀ ਅਜੇ ਵੀ ਉਹਨਾਂ ਦੇ ਕੋਲ ਹੈ, ਪਰ ਹੁਣ ਬਾਕੀ ਸਟੇਟਾਂ ਦੀਆਂ ਜਿਹੜੀਆਂ ਜਥੇਬੰਦੀਆਂ ਦੇ ਨੁਮਾਇੰਦੇ ਨੇ ਉਹ ਵੀ ਉਹਨਾਂ ਨਾਲ ਸ਼ਾਮਲ ਹੋ ਗਏ ਨੇ। ਉਹਦੇ ਨਾਲ ਕੀ ਹੋਊਗਾ ਕਿ ਪਹਿਲਾਂ ਜਿਹੜਾ ਮੀਡੀਆ ਦੇ ਵੱਲੋਂ ਇੱਕ ਨਰੇਟਰ ਸੈੱਟ ਕੀਤਾ ਜਾਂਦਾ ਸੀ, ਇਹ ਕੇਵਲ ਪੰਜਾਬ ਦਾ ਸਿੱਖਾਂ ਦਾ ਸੰਘਰਸ਼ ਹੈ, ਹੁਣ ਇਹਦੇ ਨਾਲ ਅਦਰ ਸਟੇਟ ਵੀ ਸ਼ਾਮਲ ਹੋ ਗਏ ਨੇ। ਤੇ ਸਰਕਾਰ ਦੇ ਉੱਪਰ ਦਬਾਅ ਜਿਹੜਾ ਉਹ ਜ਼ਿਆਦਾ ਬਣੇਗਾ। ਦੂਜੀ ਗੱਲ ਹੈ ਕਿ ਤੁਸੀਂ ਹੁਣ ਜਿਸ ਜਗ੍ਹਾ ਦੇ ਉੱਪਰ ਤੁਸੀਂ ਵੇਖਦੇ ਹੋ ਵੀ ਇੱਕ ਪਾਸੇ ਸਿੰਧੂ ਬਾਰਡਰ ਹੈ ਜਾਂ ਕੁੰਡਲੀ ਬਾਰਡਰ ਹੈ, ਉਹਦੇ ਵਿਚਕਾਰ ਦੇ ਵਿੱਚ ਨਾ ਇੱਕ ਪਾਸੇ ਪੁਲਿਸ ਹੈ, ਇੱਕ ਪਾਸੇ ਕਿਸਾਨ ਨੇ। ਉਹਦੇ ਵਿੱਚ ਅਹਿਮ ਗੱਲ ਇਹ ਹੈ ਕਿ ਤੁਹਾਨੂੰ ਇਸ ਸਾਰੀ ਸਮੱਸਿਆ ਦੇ ਮੱਦੇਨਜ਼ਰ ਰੋਜ਼ ਜਿਹੜੀ ਆਪਣੀ ਰਣਨੀਤੀ ਬਦਲਣੀ ਪੈ ਰਹੀ ਹੈ। ਦੂਜੀ ਗੱਲ ਹੈ ਕਿ ਜਿਹੜਾ ਇਕੱਠ ਆ ਇਹ ਜਥੇਬੰਦੀਆਂ ਦਾ ਨਹੀਂ ਹੈਗਾ, ਇਹ ਲੋਕਾਂ ਦੇ ਜਜ਼ਬਾਤਾਂ ਦਾ ਪ੍ਰਗਟਾਅ ਆ। ਅਤੇ ਜਥੇਬੰਦੀਆਂ ਦੇ ਲੀਡਰ ਜਿਹੜੇ ਨੇ ਉਹ ਜੇ ਮਤਲਬ ਕਿ ਇਹ ਇਕੱਠ ਕਿਸੇ ਵੀ ਕਿਰਿਆ ਤੋਂ ਬੇਕਾਬੂ ਹੋ ਜਾਵੇ ਅਤੇ ਇਸ ਇਕੱਠ ਨੂੰ ਸਾਂਭਣ ਦੀ ਸਮਰੱਥਾ ਉਹਨਾਂ ਕੋਲ ਨਹੀਂ ਹੈਗੀ। ਇਸ ਕਰਕੇ ਇਸ ਇਕੱਠ ਦੇ ਵਿੱਚ ਜਿਹੜੀਆਂ ਪੰਥਕ ਸਮਾਜ ਸੇਵੀ ਜਥੇਬੰਦੀਆਂ ਦੇ ਸੁਹਿਰਦ ਵੀਰ ਨੇ ਉਹਨਾਂ ਦੀ ਹਾਜ਼ਰੀ ਇਸ ਰੂਪ 'ਚ ਲੱਗਣੀ ਚਾਹੀਦੀ ਹੈ ਕਿ ਅਸੀਂ ਇਸ ਇਕੱਠ ਨੂੰ ਉਤੇਜਿਤ ਨਾ ਹੋਣ ਦਈਏ, ਹਿੰਸਕ ਨਾ ਹੋਣ ਦਈਏ। ਸਾਡੇ ਵੱਲੋਂ ਥੋੜ੍ਹੀ ਜਿਹੀ ਹਿੰਸਾਤਮਕ ਜਿਹੜੀ ਪ੍ਰਕਿਰਿਆ ਹੈ ਉਹਦੇ ਉੱਪਰ ਜਿਹੜੀ ਉਹਨਾਂ ਦੀ ਪ੍ਰਤੀਕਿਰਿਆ ਹੋਵੇਗੀ ਉਹ ਇਸ ਸਾਰਾ ਜਿਹੜਾ ਸਿਸਟਮ ਹੈ ਉਹਨੂੰ ਕ੍ਰੈਕਡਾਊਨ ਵਾਲੇ ਪਾਸੇ ਲੈ ਕੇ ਜਾਵੇਗੀ। ਪਹਿਲੀ ਗੱਲ ਤਾਂ ਇਹ ਆ। ਦੂਜੀ ਗੱਲ ਤਾਂ ਇਹ ਆ, ਬਹੁਤ ਸਾਰੀਆਂ ਅਫਵਾਹਾਂ ਉਹਦੇ ਵਾਸਤੇ ਜਿਹੜਾ ਪੰਜਾਬ ਦਾ ਤੁਹਾਡੇ ਵਰਗਾ ਮੀਡੀਆ ਇਹਨੂੰ ਉਤੇਜਨਤਾ ਦੇ ਨਾਲੋਂ ਉਸ ਪਾਸੇ ਵੱਲ ਜ਼ਿਆਦਾ ਫੋਕਸ ਕਰਨਾ ਪਵੇਗਾ ਕਿ ਜੇਕਰ ਜਿਹੜਾ ਸਟੇਟ ਦੇ ਸਪੋਂਸਰਡ ਮੀਡੀਆ ਉਹ ਇੱਕ ਤਰ੍ਹਾਂ ਦਾ ਬਿਰਤਾਂਤ ਸਿਰਜ ਰਿਹਾ ਹੈ ਕਿ ਆਹ ਜਿਹੜੇ ਆਏ ਹੋਏ ਨੇ ਇਹ ਵਿਹਲੜ ਲੋਕ ਨੇ, ਦੂਜੇ ਪਾਸੇ ਜਿਹੜੇ ਸੱਚੀ ਕਿਸਾਨ ਨੇ ਉਹ ਤਾਂ ਪੰਜਾਬ 'ਚ ਬੈਠੇ ਹੋਏ ਨੇ। ਹੁਣ ਉਸ ਨਰੇਟਿਵ ਨੂੰ ਤੁਸੀਂ ਤੋੜਨਾ ਕਿ ਤੁਸੀਂ ਵੱਖ-ਵੱਖ ਉੱਥੇ ਜਿਹੜੇ ਤੁਹਾਡੇ ਨੁਮਾਇੰਦੇ ਨੇ ਉਹਨਾਂ ਦੇ ਕੋਲੋਂ ਵੀ ਤੁਸੀਂ ਬਾਈਟਸ ਮੰਗਵਾਉਣੀਆਂ ਨੇ ਕਿ ਪੰਜਾਬ ਦੇ ਲੋਕ ਜਿਹੜੇ ਨੇ ਉਹ ਵੀ ਸੰਘਰਸ਼ ਦੇ ਨਾਲ ਨੇ, ਮਜਬੂਰੀਆਂ ਕਰਕੇ ਲੋਕ ਘਰਾਂ 'ਚ ਬੈਠੇ ਨੇ ਪਰ ਉਹ ਸੰਘਰਸ਼ ਦੇ ਨਾਲ ਨੇ। ਤੀਸਰੀ ਗੱਲ, ਇੱਥੇ ਕਈ ਵਾਰੀ ਅਫਵਾਹਾਂ ਫੈਲਾ ਦਿੱਤੀਆਂ ਜਾਂਦੀਆਂ ਨੇ। ਜਿਵੇਂ ਲੇਟੈਸਟ ਹੁਣੇ ਸਾਨੂੰ ਕਿਸੇ ਨੇ ਦੱਸਤਾ ਕਿ ਜਿਹੜੀ ਹੈ ਦਿੱਲੀ ਗੌਰਮੈਂਟ ਦੀ ਕਿਸੇ ਨੂੰ ਬੱਸ ਨੂੰ ਅੱਗ ਲਾਤੀ। ਦਰਅਸਲ ਬੱਸ ਨੂੰ ਅੱਗ ਨਹੀਂ ਸੀ ਲਾਈ, ਬਲਕਿ ਉਹ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕੰਡਮ ਹੋਈ ਬੱਸ ਸੀ, ਕਿਸੇ ਨੇ ਸ਼ਰਾਰਤ ਕਰ ਦਿੱਤੀ। ਪਰ ਬੱਸ ਨੂੰ ਅੱਗ ਲੱਗੀ ਵੇਖ ਕੇ ਜਿਹੜੇ ਲੋਕ ਮੀਡੀਆ 'ਚ ਵੇਖਣਗੇ ਅੱਗ 'ਚ ਨਹੀਂ ਹੋ ਗਈ ਆ, ਉਹ ਭੜਕਣਗੇ। ਅਤੇ ਇਹੀ ਸਟੇਟ ਜਿਹੜੀ ਆ ਉਹ ਚਾਹ ਰਹੀ ਹੈ ਕਿ ਲੋਕਾਂ ਨੂੰ ਭੜਕਾਇਆ ਜਾਵੇ। ਇੱਕ ਇੱਥੇ ਜਿਹੜਾ ਫਿਰ ਰਿਹਾ ਖਾਸ ਤਰ੍ਹਾਂ ਦਾ ਸਟੇਟ ਸਪੋਂਸਰਡ ਮੀਡੀਆ ਉਹਦੇ ਪ੍ਰਤੀ ਤੁਹਾਨੂੰ ਇੱਕ ਹੋਰ ਨੀਤੀ ਵੀ ਅਪਣਾਉਣੀ ਪਵੇਗੀ। ਉਹ ਕੀ ਕਰਦਾ ਕਿ ਉਹਨਾਂ ਲੋਕਾਂ ਨੂੰ ਇੰਟਰਵਿਊ ਕਰਦਾ ਜਿਨ੍ਹਾਂ ਨੂੰ ਇਸ ਸੰਘਰਸ਼ ਦੇ ਬਾਰੇ, ਇਹਨਾਂ ਦੀਆਂ ਮੰਗਾਂ ਦੇ ਬਾਰੇ ਜਾਣਕਾਰੀ ਨਹੀਂ ਹੈਗੀ। ਹੁਣ ਇੱਕ ਆਮ ਕਿਸਾਨ ਜਾਂ ਇੱਕ ਬੀਬੀ ਜਿਹੜੀ ਰੋਟੀਆਂ ਪਕਾ ਰਹੀ ਆ, ਉਹਨੂੰ ਨਹੀਂ ਪਤਾ ਕਿ ਬਿੱਲ ਕੀ ਨੇ, ਉਹਨੂੰ ਨਹੀਂ ਪਤਾ ਕਿ ਅਮੈਂਡਮੈਂਟ ਐਕਟ ਕੀ ਆ, ਉਹਨੂੰ ਇਹ ਨਹੀਂ ਪਤਾ ਕਿ ਜਿਹੜਾ ਸਟੇਟ ਦੇ ਵਿੱਚ ਇੰਟਰਸਟੇਟ ਰੇਟ ਦੀ ਖੋਲ੍ਹੋ ਕਿਹੜੀ ਗੱਲ ਹੈ, ਉਹਨੂੰ ਇਹ ਨਹੀਂ ਪਤਾ ਕਿ ਐਸੈਂਸ਼ੀਅਲ ਕਮੋਡਿਟੀ ਐਕਟ ਕੀ ਹੈ। ਉਹ ਵਿਚਾਰੀ ਉਹ ਸੇਵਾ ਕਰਨ ਆਈ ਹੈ, ਜਜ਼ਬਾਤਾਂ 'ਚ ਆਈ ਹੈ। ਹੁਣ ਤੁਸੀਂ ਉਹਨੂੰ ਸਵਾਲ ਕਰੋ ਕਿ ਬੀਬੀ ਤੈਨੂੰ ਪਤਾ ਮੰਗਾਂ ਕੀ ਨੇ, ਬਿੱਲ ਕੀ ਨੇ, ਆਰਡੀਨੈਂਸ ਕਿਵੇਂ ਪਾਸ ਹੈ, ਉਹਨੂੰ ਨਹੀਂ ਪਤਾ। ਮੀਡੀਆ ਕਹਿ ਰਿਹਾ ਜੀ ਲੋਕਾਂ ਨੂੰ ਤਾਂ ਪਤਾ ਹੀ ਨਹੀਂ, ਭੜਕਾ ਕੇ ਲਿਆਂਦਾ ਹੈ, ਖਾਲਿਸਤਾਨੀਆਂ ਦਾ ਨਾਂ ਲਾਤਾ, ਖਾਲਿਸਤਾਨੀ ਭੜਕਾ ਕੇ ਲਿਆ ਰਹੇ ਨੇ। ਇਹ ਗੱਲਾਂ ਬਿਲਕੁਲ ਨਿਰਮੂਲ। ਖਾਲਿਸਤਾਨੀ ਨਾਂ ਲਗਾਇਆ ਜਾ ਰਿਹਾ ਸੀ। ਹੁਣ ਤਾਂ ਸਾਰੀਆਂ ਸਟੇਟਾਂ, ਉਹ ਸਵੇਰੇ ਦੇਖਿਆ ਸੀ ਕਿ ਗੁਜਰਾਤ ਤੋਂ ਵੀ ਜਿਹੜੇ ਆ ਉਹ ਵੀ ਕਿਸਾਨ ਜਿਹੜੇ ਇੱਥੇ ਪਹੁੰਚ ਚੁੱਕੇ ਆ। ਉਹਨਾਂ ਨੇ ਕਿਹਾ ਕਿ ਸਾਨੂੰ ਜਿਹੜਾ ਆਉਣ ਦਿੱਤਾ ਜਾ ਰਿਹਾ ਸੀ, ਲੁੱਕ ਛਿਪ ਕੇ ਇੱਕ ਉਹ ਟ੍ਰੇਨਾਂ ਦੇ ਵਿੱਚ ਸਵਾਰ ਹੋ ਕੇ ਤਾਂ ਇੱਥੇ ਪਹੁੰਚੇ ਨੇ। ਤਾਂ ਕਿਤੇ ਨਾ ਕਿਤੇ ਲੱਗਦੇ ਰਿਹਾ ਕਿ ਜਿਹੜੀ ਆ ਸਰਕਾਰ ਆ ਸ਼ਰਾਰਤਾਂ ਕਰ ਰਹੀ ਹੈ, ਖਾਲਿਸਤਾਨੀ ਅੱਤਵਾਦੀਆਂ ਨਾਲ ਦਿੱਤਾ ਜਾ ਰਿਹਾ। ਵੇਖੋ ਜੀ, ਮੇਰੇ ਖਿਆਲ ਦੇ ਨਾਲ ਤੇ ਪਹਿਲਾਂ ਇਹ ਨਾਂ ਲੈਣਾ ਕਿ ਇਹ ਖਾਲਿਸਤਾਨੀਆਂ ਦੇ ਭੜਕਾਏ ਹੋਏ ਲੋਕ ਆਏ ਨੇ। ਇਹਨਾਂ ਦਾ ਪਹਿਲਾਂ ਜਿਹੜਾ ਉਹ ਸੈੱਟ ਕੀਤਾ ਬਿਰਤਾਂਤ ਉੱਥੇ ਹੀ ਟੁੱਟ ਗਿਆ ਜਦੋਂ ਹਰਿਆਣੇ ਦੇ ਲੋਕਾਂ ਨੇ ਇਸ ਸਾਰੀ ਮੂਵਮੈਂਟ ਦੀ ਅਗਵਾਈ ਕੀਤੀ, ਭਾਵੇਂ ਕਿ ਉਹਨਾਂ ਨੇ ਬੈਰੀਕੇਡ ਤੋੜਨੇ ਸ਼ੁਰੂ ਕੀਤੇ। ਸੋ ਇਹਦੇ 'ਚ ਪਤਾ ਲੱਗਾ ਕਿ ਹਰਿਆਣੇ ਦਾ ਜਿਹੜੇ ਨੌਜਵਾਨ ਨੇ, ਕਿਸਾਨ ਨੇ, ਉਹ ਵੀ ਇਸ ਕਿਸਾਨੀ ਸੰਘਰਸ਼ ਦਾ ਹਿੱਸਾ ਨੇ। ਉਹਦੇ ਤੋਂ ਬਾਅਦ ਜਦੋਂ ਅਸੀਂ ਇੱਥੇ ਆਏ ਤਾਂ ਕੇਵਲ ਪੰਜਾਬ ਤੇ ਹਰਿਆਣਾ ਨਹੀਂ ਬਲਕਿ ਮੱਧ ਪ੍ਰਦੇਸ਼, ਬਿਹਾਰ, ਯੂਪੀ, ਉੱਤਰਾਖੰਡ, ਉੱਥੋਂ ਆਈਆਂ ਸਾਰੀਆਂ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਸਾਡੇ ਨਾਲ ਸੀ। ਉਸ ਤੋਂ ਦੂਜੀ ਗੱਲ ਆ ਗਈ ਕਿ ਇਹ ਦੋ ਸਟੇਟਾਂ ਦੀ ਗੱਲ ਵੀ ਨਹੀਂ ਹੈ, ਇਹ ਸਾਰੇ ਸਟੇਟਾਂ ਦੀ ਕਿਸਾਨੀ ਦਾ ਮਸਲਾ ਹੈ।
ਹੁਣ ਬਿਹਾਰ ਤੋਂ ਪਤਾ ਲੱਗਾ ਕਿ ਕੁਝ ਕਿਸਾਨਾਂ ਦੀਆਂ ਜਥੇਬੰਦੀਆਂ ਆ ਰਹੀਆਂ ਨੇ ਤੇ ਓਬਵੀਅਸਲੀ ਬਿਹਾਰ ਉਹ ਸਟੇਟ ਹੈ ਜਿਨੇ MSP ਨਾ ਹੋਣ ਕਰਕੇ ਇੱਕ ਬੜਾ ਵੱਡਾ ਸੰਤਾਪ ਹੰਢਾਇਆ। ਹੁਣ ਮੈਨੂੰ ਇੰਝ ਲੱਗਦਾ ਕਿ ਬੇਸ਼ੱਕ ਅਗਵਾਈ ਇਹਨਾਂ ਬਿੱਲਾਂ ਨੂੰ ਸਮਝ ਕੇ ਲੋਕਾਂ ਦੇ ਵਿੱਚ ਬਰਤਾਂਤ ਸਿਰਜਣ ਦੀ ਅਗਵਾਈ ਪੰਜਾਬ ਨੇ ਕੀਤੀ ਹੈ, ਪਰ ਸਾਰੇ ਸਟੇਟਾਂ ਦੇ ਲੋਕ ਜਿਹੜੇ ਨੇ ਨਾ ਉਹ ਹੁਣ ਇਸ ਇਕੱਠ ਦਾ ਹਿੱਸਾ ਬਣਦੇ ਜਾ ਰਹੇ ਨੇ। ਹੁਣ ਅਸੀਂ ਵੱਡੇ ਰੂਪ ਦੇ ਵਿੱਚ ਇਸ ਇਕੱਠ ਨੂੰ ਵੇਖੀਏ ਕਿ ਇਹ ਜਿਹੜਾ ਇਕੱਠ ਹੈ ਇਹ ਹੁਣ ਕੇਵਲ ਪੰਜਾਬ ਦੇ ਕਿਸਾਨਾਂ ਦਾ ਨਹੀਂ ਹੈ, ਇਹ ਇੱਕ ਸਾਰੇ ਹੀ ਦੇਸ਼ਾਂ ਦੇ ਜਿਹੜੇ ਬਹੁ ਸੂਬੇ ਜਿਹੜੇ ਨੇ ਉਹਨਾਂ ਦੇ ਕਿਸਾਨਾਂ ਦਾ ਇਕੱਠ ਵੀ ਹੈ। ਨੁਮਾਇੰਦਗੀ ਪੰਜਾਬ ਦੇ ਲੋਕਾਂ ਨੇ ਇਸ ਕਰਕੇ ਕੀਤੀ ਆ ਕਿ ਉਹਨਾਂ ਨੇ ਇਸ ਕਿਸਾਨ ਵਿਰੋਧੀ ਕਾਨੂੰਨ ਨੂੰ ਪਹਿਲਾਂ ਸਮਝਿਆ, ਜਿਹੜਾ ਤੁਹਾਡੇ ਵਰਗਾ ਸੋਸ਼ਲ ਮੀਡੀਆ ਸੀ ਉਹਨੇ ਲੋਕਾਂ ਦੇ 'ਚ ਗੱਲ ਲੈ ਕੇ ਆਈ, ਤੇ ਪੰਜਾਬ ਦੇ ਵਿੱਚ ਜਿੰਨੇ ਵੀ ਅਦਾਕਾਰ, ਕਲਾਕਾਰ ਤੇ ਗਾਇਕ ਵੀਰ ਸੀ ਜਿਨ੍ਹਾਂ ਦੀ ਗੱਲ ਸੁਣਦੇ ਸੀ ਨੌਜਵਾਨ, ਇੱਕ ਫੈਨ ਫੋਲੋਇੰਗ ਬੜੀ ਵੱਡੀ ਸੀ, ਉਹਨਾਂ ਨੇ ਸਟੇਜਾਂ ਦੇ ਉੱਪਰ ਜਾ ਕੇ ਤਰਦੀਪ ਸਿੱਧੂ ਆ, ਲੱਖਾ ਸਦਾਣਾ, ਵੀਰ ਸਿੰਘ, ਕੰਵਰ ਗਰੇਵਾਲ, ਹਰਫ ਚੀਮਾ, ਜਿੰਨੇ ਵੀ, ਹਾਲਾਂਕਿ ਵੇਖੋ ਅਸੀਂ ਇਤਿਹਾਸਕਾਰ ਲੋਕ ਹੈ, ਸਾਨੂੰ ਗਾਇਕਾਂ ਦੇ ਨਾਲ ਸਟੇਜਾਂ ਸਾਂਝੀਆਂ ਕਰਨ ਦਾ ਕੋਈ ਭਾਵ ਹੀ ਨਹੀਂ ਹੁੰਦਾ, ਪਰ ਸਾਨੂੰ ਇਹ ਲੱਗਦਾ ਸੀ ਕਿ ਜਿਹੜੀ ਫੈਨ ਫੋਲੋਇੰਗ ਇਹਨਾਂ ਦੀ ਇਹਨਾਂ ਕਰਕੇ ਆ ਰਹੀ ਹੈ ਅਸੀਂ ਉਹਨਾਂ ਦੇ ਵਿੱਚ ਪੰਜਾਬ ਦਾ ਦਰਦ ਤਾਂ ਰੱਖ ਸਕਦੇ ਹਾਂ ਨਾ। ਸੋ ਇਸ ਕਰਕੇ ਇੱਕ ਸਾਰਿਆਂ ਦਾ ਇੱਕ ਕਲੈਕਟਿਵ ਐਫਰਟ ਸੀ, ਇਹਦੇ 'ਚ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਇਕੱਲੇ ਦੀ ਇੰਡੀਵਿਜੂਅਲ ਦੀ ਭੂਮਿਕਾ ਕਿ ਇੰਨਾ ਵੱਡਾ ਇਕੱਠ ਕਰ ਗਿਆ, ਇਹ ਸਾਰਿਆਂ ਦੀ ਸਮੂਹਿਕ ਭੂਮਿਕਾ ਹੈ। ਹੁਣ ਉਸ ਭੂਮਿਕਾ ਨੂੰ ਉਸ ਸਾਰੇ ਦੇਸ਼ ਦੀ ਉਸ ਭੂਮਿਕਾ ਦੇ ਵਿੱਚ ਸ਼ਾਮਲ ਹੋਣਾ ਪਵੇਗਾ ਜਿਹੜੀ ਆਲਰੇਡੀ ਮੋਦੀ ਗਵਰਨਮੈਂਟ ਤੋਂ ਦੁਖੀ ਹੈ। ਹੁਣ ਇਹ ਜਿਹੜੇ ਇਕੱਠ ਨੇ ਇਹ ਬੇਸਿਕਲੀ ਤਾਂ ਜਦੋਂ ਨੋਟਬੰਦੀ ਹੋਈ ਹੈ ਨਾ ਉਦੋਂ ਵੀ ਐਸੇ ਚੇਤਨਤਾ ਨੂੰ ਜਨਮ ਲੈਣਾ ਚਾਹੀਦਾ ਸੀ, ਨਹੀਂ ਲਿਆ, ਉਹ ਹੋਰ ਉਹਨਾਂ ਦੇ ਹੌਸਲੇ ਵੱਧ ਗਏ। ਜਦੋਂ CAA ਦੀ ਗੱਲ ਹੋਈ, ਸਿਟੀਜ਼ਨ ਅਮੈਂਡਮੈਂਟ ਐਕਟ ਦੀ, ਉਦੋਂ ਇਹੀ ਭੂਮਿਕਾ ਨਿਭਾਉਣੀ ਚਾਹੀਦੀ ਸੀ ਸਾਰੇ ਦੇਸ਼, ਹੈ ਨਾ, ਉਹ ਨਹੀਂ ਹੋ ਸਕਿਆ। ਉਸ ਤੋਂ ਬਾਅਦ ਧਾਰਾ 370 ਟੁੱਟੀ, ਵੱਡਾ ਵਿਦਰੋਹ ਪੈਦਾ ਨਹੀਂ ਹੋ ਸਕਿਆ। ਪਰ ਹੁਣ ਜਿਹੜਾ ਕਿਸਾਨੀ ਦੇ ਮੁੱਦੇ ਦੇ ਉੱਪਰ ਵਿਦਰੋਹ ਪੈਦਾ ਹੋਇਆ, ਇਸ ਨੂੰ ਬੜੇ ਸੰਜਮ ਤੇ ਸ਼ਾਂਤੀ ਦੇ ਨਾਲ ਚਲਾਉਣ ਦੀ ਲੋੜ ਹੈ। ਇੱਕ ਪਾਸੇ ਸਰਕਾਰ ਗੱਲਬਾਤ ਕਹਿ ਰਹੀ ਹੈ, ਗੱਲਬਾਤ ਸਾਡੇ ਨਾਲ ਕੀਤੀ ਜਾਵੇ, ਦੂਜੇ ਪਾਸੇ ਰਾਤ ਦੀ ਘਟਨਾ ਦੀ ਗੱਲ ਕੀਤੀ ਜਾਵੇ ਤਾਂ ਕੁਝ ਸ਼ਰਾਰਤੀ ਅਨਸਰ ਨੌਜਵਾਨ ਤਾਂ ਕੁੜੀਆਂ ਵੀ ਉਹਨਾਂ ਮੰਨਿਆ ਕਿ ਕੁੜੀਆਂ ਸੀ ਸਾਡੇ ਨਾਲ, ਜਿਹੜਾ ਉਹ ਇਸ ਸੰਘਰਸ਼ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਉਹਨਾਂ ਵੱਲੋਂ ਜਦੋਂ ਮੀਡੀਆ ਵੱਲੋਂ ਉਹਨਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹ ਕਹਿੰਦੇ ਸਾਨੂੰ DC ਨੇ ਅਪਾਇੰਟ ਕੀਤਾ ਵਾ, ਤਾਂ ਕੋਈ ਆਈ ਕਾਰਡ ਨਹੀਂ ਹੈ, ਕੋਈ ਕੁਛ ਨਹੀਂ, ਉਹਨਾਂ ਕੋਲ ਕੁਝ ਵੀ ਨਹੀਂ ਹੈਗਾ, ਤਾਂ ਉਸ ਤੋਂ ਜਿਹੜੀ ਪੁਲਿਸ ਵੀ ਉਹਨਾਂ ਨੂੰ ਛਡਾਉਣ ਆ ਰਹੀ ਆ। ਤੁਹਾਨੂੰ ਲੱਗਦਾ ਨਹੀਂ ਇੱਕ ਬੰਨੇ ਇਹ ਕਹਿ ਰਹੀ ਹੈ ਸਰਕਾਰ ਗੱਲਬਾਤ ਕਰੀ, ਦੂਜੇ ਪਾਸੇ ਜਿਹੜਾ ਸੰਘਰਸ਼ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ। ਜਿਸ ਦਿਨ ਪਹਿਲੇ ਦਿਨ ਅਸੀਂ ਇੱਥੇ ਆਏ, ਰਾਤ ਟਿਕੇ ਆ 26 ਤਰੀਕ ਨੂੰ ਆ ਕੇ, ਤੇ 27 ਤਰੀਕ ਨੂੰ ਸਵੇਰੇ ਆ ਕੇ ਸਾਨੂੰ ਕੁਝ ਬਜ਼ੁਰਗਾਂ ਨੇ ਕਹਿ ਦਿੱਤਾ ਕਿ ਇੱਥੇ ਕੁਝ ਨੌਜਵਾਨ ਮੁੰਡੇ ਕੁੜੀਆਂ ਜਿਹੜੇ ਨੇ ਇਤਰਾਜ਼ਯੋਗ ਹਾਲਤ ਦੇ ਵਿੱਚ ਘੁੰਮਦੇ ਨੇ। ਸੋ ਅਸੀਂ ਉਹਨਾਂ ਨੂੰ ਲੱਭਣ 'ਚ ਕੀ ਕਹਿੰਦੇ ਨਾਕਾਮ ਸੀ, ਪਰ ਅਸੀਂ ਇਸ ਨੂੰ ਮੀਡੀਆ 'ਚ ਨਹੀਂ ਸੀ ਲੈ ਕੇ ਆ ਸਕਦੇ ਕਿਉਂਕਿ ਪਹਿਲੀ ਤੇ ਦੂਜੀ ਰਾਤ ਦੇ ਵਿੱਚ ਸਾਨੂੰ ਜਿਹੜੇ ਸੂਝਵਾਨ ਬਜ਼ੁਰਗ ਸੀ ਉਹਨਾਂ ਨੇ ਗੱਲਾਂ ਕਿਸਾਨ ਆਗੂਆਂ ਨੇ ਪਹੁੰਚਾ ਦਿੱਤੀਆਂ। ਸੋ ਕੁਛ ਵੀਰਿਆਂ ਦੀ ਡਿਊਟੀ ਵੀ ਲੱਗੀ ਕਿ ਉਹ ਰਾਤ ਇੱਕ ਤਰ੍ਹਾਂ ਦੇ ਨਾਲ ਠੀਕਰੀ ਪਹਿਰਾ ਰੱਖਣ ਵੀ ਕੋਈ ਐਵੇਂ ਦੀ ਗੱਲ ਨਾ ਹੋ। ਤੀਸਰੇ ਚੌਥੇ ਦਿਨ ਚਲੋ ਇਹ ਫੜੇ ਗਏ, ਪਤਾ ਲੱਗ ਗਿਆ। ਇਹਦੇ ਵਿੱਚ ਸਾਨੂੰ ਦੋ ਸਾਜ਼ਿਸ਼ਾਂ ਨਜ਼ਰ ਆਉਂਦੀਆਂ ਸੀ। ਇੱਕ ਤਾਂ ਸਾਨੂੰ ਜਿਹੜਾ ਪਹਿਲੀ ਗੱਲ ਪਹੁੰਚੀ ਹੋਈ ਸੀ ਕਿ ਇਹ ਜਿਹੜੀਆਂ ਕੁੜੀਆਂ ਟਰਾਲੀਆਂ ਦੇ ਕੋਲ ਆ ਰਹੀਆਂ ਨੇ ਕਿਸੇ ਨਾ ਕਿਸੇ ਤਰ੍ਹਾਂ ਦੀ ਵਾਇਰਲ ਬਿਮਾਰੀ ਤੋਂ ਪੀੜਤ ਹੋ ਸਕਦੀਆਂ ਨੇ, ਕਿ ਇਹ ਨਾ ਹੋਵੇ ਕਿ ਬਿਮਾਰੀ ਇਹਨਾਂ ਕਰਕੇ ਫੈਲ ਜਾਵੇ ਤੇ ਨਾ ਜਿਹੜਾ ਤੁਹਾਡਾ ਲੱਗ ਜਾਵੇ ਕਿ ਇਹਨਾਂ ਕਰਕੇ ਜਿਹੜਾ ਇਕੱਠ ਹੋਇਆ ਇਹਦੇ ਕਰਕੇ ਕੋਈ ਬਿਮਾਰੀ ਫੈਲੀ ਹੈ। ਸੋ ਪਹਿਲੀ ਗੱਲ ਤਾਂ ਉਸ ਚੀਜ਼ ਨੂੰ ਟੈਕਲ ਕਰਨਾ ਬੜਾ ਜ਼ਰੂਰੀ ਸੀ। ਦੂਸਰੀ ਗੱਲ ਸੀ ਕਿ ਜਦੋਂ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਚੱਲ ਰਹੀ ਸੀ ਉਸ ਵੇਲੇ ਇੱਥੇ ਭੜਕਾਇਆ ਜਾ ਰਿਹਾ ਸੀ ਕਿ ਜੇ ਮੀਟਿੰਗ ਨਾਕਾਮ ਹੋ ਗਈ ਸੀ ਅਸੀਂ ਪੱਥਰਬਾਜ਼ੀ ਕਰਨੀ ਹੈ, ਜਦੋਂ ਕਿ ਅਸੀਂ ਇਸ ਤਿਆਰੀ ਦੇ ਵਿੱਚ ਹੈ ਕਿ ਹੋ ਸਕਦਾ ਇੱਕ ਨਹੀਂ 100 ਮੀਟਿੰਗਾਂ ਨਾਕਾਮ ਹੋ ਜਾਣ ਤੇ ਇੱਥੇ ਸਾਨੂੰ 10 ਦਿਨ ਨਹੀਂ ਬਲਕਿ ਹੋ ਸਕਦਾ 10 ਮਹੀਨੇ ਬਹਿਣਾ ਪਵੇ। ਅਸੀਂ ਤਾਂ ਹੀ ਬਹਿ ਸਕਦੇ ਹਾਂ, ਸ਼ਾਂਤੀ 'ਚ ਰਵਾਂਗੇ, ਸਬਰ 'ਚ ਰਵਾਂਗੇ। ਜਦੋਂ ਸਾਨੂੰ ਇੱਕ ਬਹੁਤ ਹੀ ਵੱਡੀ ਅਖਬਾਰ ਦੇ ਜਰਨਲਿਸਟ ਨੇ ਇਹ ਨਿਊਜ਼ ਦਿੱਤੀ ਕਿ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਸਿਰਜਿਆ ਜਾ ਰਿਹਾ, ਮੈਂ ਉਸ ਵੇਲੇ ਵੀਰ ਸਿੰਘ ਨੂੰ, ਗੁਰਪ੍ਰੀਤ ਸਿੰਘ ਘੁੱਗੀ ਭਾਜੀ ਨੂੰ, ਜਿੰਨੇ ਵੀ ਕਲਾਕਾਰ ਅਦਾਕਾਰ ਜਿਨ੍ਹਾਂ ਦੀ ਇੱਕ ਵੱਡੀ ਫੈਨ ਫੋਲੋਇੰਗ ਸੀ ਵਿਦੇਸ਼ਾਂ ਦੇ ਵਿੱਚ ਤੇ ਇੱਥੇ ਵੀ, ਅਸੀਂ ਉਸੇ ਵੇਲੇ ਮੈਸੇਜ ਦਿੱਤਾ ਕਿ ਤੁਸੀਂ ਆਪਣੀਆਂ ਬਾਈਟਸ ਬਣਾ ਕੇ ਦਿਓ ਕਿ ਜੇਕਰ ਮੀਟਿੰਗ ਫੇਲ ਵੀ ਰਹਿੰਦੀ ਹੈ, ਬੇਸਿੱਟਾ ਵੀ ਰਹਿੰਦੀ ਹੈ, ਅਸਫਲ ਵੀ ਰਹਿੰਦੀ ਹੈ, ਅਸੀਂ ਉਤੇਜਨਾ ਦੇ ਵਿੱਚ ਨਹੀਂ ਆਉਣਾ। ਇੱਕ ਨਹੀਂ ਬਲਕਿ ਅੱਜ ਦੀ ਵੀ ਨਹੀਂ ਬਲਕਿ ਹੋਰ ਵੀ 10 ਮੀਟਿੰਗਾਂ ਜਿਹੜੀਆਂ ਨੇ ਉਹ ਅਸਫਲ ਹੋ ਸਕਦੀਆਂ ਨੇ, ਪਰ ਅਸੀਂ ਸ਼ਾਂਤੀ 'ਚ ਰਹਿਣਾ। ਅੱਜ ਦੀ ਮੀਟਿੰਗ ਬਾਰੇ ਕੀ ਕਹਿਣਾ ਚਾਹੋਗੇ? ਤੁਹਾਨੂੰ ਕੋਈ ਖਬਰ ਕੋਈ ਉੱਥੋਂ ਆਈ ਹੈ, ਕੋਈ ਕਿਸਾਨ ਜਥੇਬੰਦੀਆਂ ਨਾਲ? ਵੇਖੋ ਇਹ 'ਚ ਕੋਈ ਸ਼ੱਕ ਨਹੀਂ ਹੈ ਕਿ ਹੋ ਸਕਦਾ ਕਿਸਾਨ ਜਥੇਬੰਦੀਆਂ ਨੂੰ ਆਏ ਮਨ ਦੇ ਵਿੱਚ ਸੋਚ ਨਾ ਹੋਵੇ ਕਿ ਇੰਨਾ ਵੱਡਾ ਜਿਹੜਾ ਇਹ ਲੋਕਾਂ ਦੀ ਕਲੈਕਟਿਵ ਕੌਂਸ਼ੀਅਸ ਜਿਹੜੀ ਉਹਨਾਂ ਦੇ ਸੰਘਰਸ਼ ਦਾ ਹਿੱਸਾ ਬਣ ਜਾਏਗੀ। ਹੁਣ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਨਾ ਉਹ ਕਿਸੇ ਤਰ੍ਹਾਂ ਦੇ ਨਾਲ ਉਹਨਾਂ ਵਾਸਤੇ ਝੁਕਣਾ ਜਾਂ ਵਿਕਣਾ ਆਸਾਨ ਨਹੀਂ ਰਹਿ ਗਿਆ, ਕਿਉਂਕਿ ਹੁਣ ਪੰਜਾਬ ਮੁੜਨਾ ਔਖਾ ਹੋ ਜਾਣਾ। ਜਿਸ ਤਰ੍ਹਾਂ ਲੋਕਾਂ ਦਾ ਇਕੱਠ ਹੈ, ਜਿੰਨੀਆਂ ਲੋਕਾਂ ਦੀਆਂ ਭਾਵਨਾਵਾਂ ਇਸ ਸੰਘਰਸ਼ ਦੇ ਨਾਲ ਜੁੜੀਆਂ ਨੇ, ਹੁਣ ਉਹ ਗੱਲ ਨਹੀਂ ਹੋਣੀ ਕਿ ਲੌਂਗੋਵਾਲ ਦੇ ਵਾਂਗੂ ਤੁਸੀਂ ਟੇਬਲ ਤੇ ਸਮਝੌਤਾ ਕਰਕੇ ਤੇ ਕਹਿ ਦੋਗੇ ਕਿ ਪੰਜਾਬ ਦੀਆਂ ਮੰਗਾਂ ਮੰਨੀਆਂ ਗਈਆਂ। ਹੁਣ ਤਾਂ ਆਰ ਪਾਰ ਦੀ ਇਸ ਗੱਲ ਦੇ ਵਿੱਚ ਜਿਹੜਾ ਨਾ ਤੁਸੀਂ ਵਾਰ ਜ਼ੋਨ 'ਚ ਬੈਠੇ ਹੋ। ਵਾਰ ਜ਼ੋਨ ਦੇ ਵਿੱਚ ਤੁਹਾਨੂੰ ਨੀਤੀਆਂ, ਤੁਹਾਨੂੰ ਆਪਣੀਆਂ ਪਾਲਿਸੀਜ਼ ਰੋਜ਼ ਬਦਲਣੀਆਂ ਪੈ ਸਕਦੀਆਂ ਨੇ, ਪਰ ਗੱਲ ਇਹ ਹੈ ਕਿ ਹੁਣ ਉਹ ਗੱਲ ਨਹੀਂ ਰਹੇਗੀ ਕਿ ਤੁਸੀਂ ਚੁੱਪ-ਚਾਪ ਪੰਜਾਬ ਦੇ ਕਿਸਾਨਾਂ ਦੇ ਨਾਲ ਵਸਾਖਤ ਕਰਕੇ ਪੰਜਾਬ ਮੁੜ ਜਾਓਗੇ। ਖਦਸ਼ਾ ਪ੍ਰਗਟਾਇਆ ਜਾ ਰਿਹਾ ਸੀ ਸ਼ੁਰੂ ਤੋਂ ਕਿ ਕਿਸਾਨ ਜਥੇਬੰਦੀਆਂ ਇਹ ਵਿਕ ਵੀ ਸਕਦੀਆਂ ਨੇ ਉੱਥੇ ਜਾ ਕੇ। ਤੁਹਾਨੂੰ ਲੱਗਦਾ
ਲੱਗਦਾ ਹੈ ਕਿ ਇਦਾਂ ਦਾ ਕੁਝ ਹੋ ਸਕਦਾ? ਬਿਲਕੁਲ, ਇਹ ਦੀਪਵੀਰ ਜੀ ਤਾਂ ਸ਼ੁਰੂ ਤੋਂ ਕਹਿੰਦੇ ਸੀ ਤੇ ਅਸੀਂ ਇਸ ਕਰਕੇ ਉਹਨਾਂ ਦੇ ਨਾਲ ਵੇਖੋ ਸਹਿਮਤੀ ਪ੍ਰਗਟਾਉਣੀ ਪੈਂਦੀ ਸੀ ਕਿ ਬਹੁਤ ਵਾਰੀ ਇੰਜ ਹੋਇਆ 83 ਦੇ ਵਿੱਚ ਗੱਲ ਚੱਲੀ ਸੀ ਕਿ ਜਿਹੜੀਆਂ ਫਸਲਾਂ ਦੀਆਂ ਜਿਹੜੀਆਂ ਕੀਮਤਾਂ ਨੇ ਉਹਨਾਂ ਨੂੰ ਕੀਮਤ ਸੂਚਕ ਅੰਕ ਨਾਲ ਜੋੜਿਆ ਜਾਵੇ। ਸੋ ਉਹਦੇ ਵਿੱਚ ਕੀ ਹੋਇਆ ਕਿ ਕਿਸਾਨਾਂ ਦਾ ਇੱਕ ਵੱਡਾ ਸੰਘਰਸ਼ ਜਿਹੜਾ ਸੀਗਾ ਬਣਿਆ, ਪਰ ਉਹਦੇ ਵਿੱਚੋਂ ਕੁਝ ਇਹੋ ਜਿਹੇ ਲੀਡਰ ਨਿਕਲੇ ਜਿਹਨੂੰ ਰਾਜ ਸਭਾ ਦੀਆਂ ਮੈਂਬਰੀਆਂ ਦੇਤੀਆਂ ਤੇ ਉਹ ਲੀਡਰ ਜਿਹੜੇ ਸੀ ਚੁੱਪਚਾਪ ਬਹਿ ਗਏ। ਉਹਦੇ ਬਾਅਦ ਪੰਜਾਬ ਵਿੱਚ ਲੱਖੋਵਾਲ ਨੇ ਕਿਸਾਨਾਂ ਦੀ ਲੀਡਰੀ ਦੀ ਗੱਲ ਕੀਤੀ, ਬਾਦਲ ਸਾਹਿਬ ਨੇ ਚੇਅਰਮੈਨ ਦਿੱਤੀ, ਚੁੱਪ ਹੋ ਕੇ ਬਹਿ ਗਿਆ। ਸੋ ਇਹਨਾਂ ਦੇ ਕਿਸਾਨ ਜਥੇਬੰਦੀਆਂ ਦੇ ਲੀਡਰਾਂ ਨੇ ਪਿਛਲੇ ਕੁਝ ਸਮੇਂ 'ਚ ਇਵੇਂ ਦੀ ਭੂਮਿਕਾ ਨਿਭਾਈ ਸੀ ਜਿਸ ਕਰਕੇ ਲੋਕਾਂ ਦੇ ਮਨ 'ਚ ਸ਼ੱਕ ਸੀ। ਪਰ ਹੁਣ ਇਹ ਜਿਹੜੀ ਗੱਲ ਹੈ ਕੇਵਲ ਕਿਸਾਨ ਯੂਨੀਅਨਾਂ ਦੇ ਆਗੂਆਂ ਦੇ ਹੱਥ ਦੇ ਵਿੱਚ ਨਹੀਂ ਰਹਿ ਗਈ। ਹੁਣ ਇਹ ਸੰਘਰਸ਼ ਲੋਕਾਂ ਦੇ ਵਿੱਚ, ਅੱਗੇ ਕੀ ਹੁੰਦਾ ਸੀਗਾ ਕਿ ਲੋਕ ਰਾਏ ਦੀ ਨੁਮਾਇੰਦਗੀ ਆਗੂ ਕਰਦੇ ਸੀ, ਹੁਣ ਆਗੂ ਨੂੰ ਲੋਕ ਰਾਏ ਦੇ ਮੁਤਾਬਿਕ ਤੁਰਨਾ ਪੈ ਰਿਹਾ। ਤੁਸੀਂ ਬਾਦਲ ਸਾਹਿਬ ਦੀ ਗੱਲ ਕੀਤੀ, ਅੱਜ ਬਾਦਲ ਸਾਹਿਬ ਨੇ ਐਲਾਨ ਕੀਤਾ, ਢੀਂਡਸਾ ਸਾਹਿਬ ਨੇ ਐਲਾਨ ਕੀਤਾ ਜਿਹੜਾ ਪਦਮ ਵਿਭੂਸ਼ਣ ਅਵਾਰਡ ਆ ਉਹ ਸਰਕਾਰ ਨੂੰ ਵਾਪਸ ਕਰਨ ਦੀ ਗੱਲ ਕੀਤੀ ਉਹਨਾਂ ਨੇ। ਮੈਂ ਕਹਿੰਦਾ ਕਿ ਹੁਣ ਪੰਜਾਬੀ 'ਚ ਆਪਾਂ ਚਲੋ, ਹੁਣ ਮੈਂ ਉਹ ਮੁਹਾਵਰਾ ਜਾਂ ਮੈਨੂੰ ਅੱਗੇ ਕਹਿੰਦੇ ਗੰਦੀ ਸ਼ਬਦਾਵਲੀ ਵਰਤ ਜਾਂਦਾ, ਮੈਂ ਉਹ ਨਹੀਂ ਵਰਤਣੀ। ਪਰ ਮੈਂ ਇੱਕ ਗੱਲ ਸਪਸ਼ਟ ਕਹਿ ਦੇਵਾਂ ਕਿ ਇਹੀ ਗੱਲਾਂ ਜੇ ਪਹਿਲਾਂ ਕੀਤੀਆਂ ਹੁੰਦੀਆਂ ਇਹੀ ਗੱਲ, ਉਹੀ ਅਕਾਲੀ ਦਲ ਜਿਹੜਾ ਫੈਡਰਲ ਸਟਰਕਚਰ ਦੀ ਗੱਲ ਕਰਦਾ ਸੀ, ਰਾਜਾਂ ਨੂੰ ਵੱਧ ਅਧਿਕਾਰਾਂ ਦੀ ਗੱਲ ਕਰਦਾ ਸੀ, ਫੈਡਰਲ ਢਾਂਚੇ ਦੀ ਗੱਲ ਕਰਦਾ ਸੀ, ਖੁਦ ਮੁਖਤਿਆਰੀ ਦੀ ਗੱਲ ਕਰਦਾ ਸੀ, ਧਾਰਾ 25 ਨੂੰ ਪਾੜਨ ਦੀ ਗੱਲ ਕਰਦਾ ਸੀ, ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕਰਦਾ ਸੀ, ਅਕਾਲੀ ਦਲ ਦੇ ਪਾਲਿਸੀ ਪ੍ਰੋਗਰਾਮ ਦੀ ਗੱਲ ਕਰਦਾ ਸੀ। ਜਿਹੜਾ ਅਕਾਲੀ ਦਲ ਕਿਸੇ ਵੇਲੇ ਕਹਿੰਦਾ ਸੀ ਕਿ 10 ਏਕੜ ਸਟੈਂਡਰਡ ਨੂੰ ਮੰਗ ਕੇ ਸਹਿਕਾਰੀ ਖੇਤੀ ਦੀ ਗੱਲ ਕੀਤੀ ਜਾਵੇ, ਉਹ ਅਕਾਲੀ ਦਲ ਜਦੋਂ ਆਪ ਇੱਕ ਕਾਰਪੋਰੇਟ ਸੈਕਟਰ ਦਾ ਹਿੱਸਾ ਬਣ ਗਿਆ ਤੇ ਉਹਨੂੰ ਇਹ ਲੱਗ ਰਿਹਾ ਕਿ ਮੇਰਾ ਵੋਟ ਬੈਂਕ ਖੁੱਸਦਾ ਜਾ ਰਿਹਾ, ਤੇ ਅੱਜ ਅਕਾਲੀਆਂ ਦੇ ਜਿਹੜੇ ਲੀਡਰ ਨੇ ਇਹਨਾਂ ਨੂੰ ਅਵਾਰਡ ਜਿਹੜੇ ਨੇ ਉਹ ਵਾਪਸ ਕਰਨ ਦਾ ਚੇਤਾ ਆ ਗਿਆ। ਇਹ ਅਵਾਰਡ ਉਦੋਂ ਵਾਪਸ ਹੋਣੇ ਚਾਹੀਦੇ ਸੀ ਜਦੋਂ ਧਾਰਾ 370 ਟੁੱਟੀ ਸੀ। ਧੰਨਵਾਦ ਤੁਹਾਡਾ। ਤਾਂ ਨੌਜਵਾਨਾਂ ਦਾ ਇਸ ਜਿਹੜਾ ਸੰਘਰਸ਼ ਦੇ ਵਿੱਚ ਬਹੁਤ ਵੱਡਾ ਰੋਲ ਰਿਹਾ। ਤਾਂ ਨੌਜਵਾਨਾਂ ਨੂੰ ਜਾਗਰੂਕ ਕਰਨ ਲਈ ਜਿਹੜਾ ਪੰਜਾਬ ਦੇ ਗਾਇਕਾਂ ਦਾ, ਅਦਾਕਾਰਾਂ ਦਾ ਜਿਹੜਾ ਉਹ ਬੜਾ ਵੱਡਾ ਯੋਗਦਾਨ ਸੀ। ਤੇ ਸਾਡੇ ਨਾਲ ਗੀਤਕਾਰ ਵੀਰ ਸਿੰਘ ਮੌਜੂਦ ਹੈ। ਵੀਰ ਸਿੰਘ ਨਾਲ ਗੱਲ ਕਰਦੇ ਹਾਂ। ਵੀਰ ਸਿੰਘ ਜੀ, ਨੌਜਵਾਨਾਂ ਦਾ ਬੜਾ ਵੱਡਾ ਯੋਗਦਾਨ ਰਿਹਾ ਇਸ ਸੰਘਰਸ਼ ਦੇ ਵਿੱਚ। ਤਾਂ ਅੱਜ ਕਿਤੇ ਨਾ ਕਿਤੇ ਜਿਹੜੇ ਅਦਾਕਾਰ ਆ, ਗਾਇਕ ਆ, ਉਹਨਾਂ ਨੂੰ ਕਹਿ ਰਿਹਾ ਕਿ ਸਟੇਜ ਦੇ ਉੱਤੇ ਬੋਲਣ ਨਹੀਂ ਦਿੱਤਾ ਜਾ ਰਿਹਾ। ਤੁਹਾਡਾ ਇਸ ਬਾਰੇ ਕੀ ਕਹਿਣਾ? ਦੇਖੋ, ਜਿਹੜੀ ਕਲਾਕਾਰਾਂ ਦਾ ਜਿੰਨਾ ਵੀ ਸਮੂਹ ਆ ਨਾ, ਉਹ ਜਥੇਬੰਦੀਆਂ ਨੂੰ ਸਪੋਰਟਿਵ ਆ। ਇਨੀਸ਼ੀਏਟਿਵ ਲੈਣਾ ਸਾਡਾ ਕੰਮ ਨਹੀਂ ਹੈਗਾ। ਸਾਡਾ ਕੰਮ ਆ ਕਿ ਜਿਵੇਂ ਜਥੇਬੰਦੀਆਂ ਕਹਿੰਦੀਆਂ ਨੇ, ਜੋ ਜਥੇਬੰਦੀਆਂ ਦਾ ਫੈਸਲਾ ਹੋਊਗਾ ਉਹਦੇ ਨਾਲ ਸਹਿਮਤੀ ਪ੍ਰਗਟਾਉਣਾ। ਪਰ ਹਾਂ, ਇੰਨੀ ਕੁ ਬੇਨਤੀ ਜ਼ਰੂਰ ਆ, ਔਰ ਜਥੇਬੰਦੀਆਂ ਨਾਲ ਡਿਸਕਸ਼ਨ ਵੀ ਇਸ ਮੁੱਦੇ ਦੇ ਉੱਤੇ ਹੋਈ ਸੀਗੀ ਕਿ ਜਿਹੜਾ ਕੋਈ ਵੀਰ ਭਾਈ ਆਉਂਦਾ ਆ, ਉਹਦੇ ਅੰਦਰ ਪੰਜਾਬ ਲਈ ਦਰਦ ਹੈਗਾ, ਤਾਂ ਚਾਹੇ 2 ਮਿੰਟ ਦਾ ਹੀ ਸਮਾਂ ਦਿੱਤਾ ਜਾਵੇ, ਉਹਨੂੰ ਦੇਣਾ ਜ਼ਰੂਰ ਚਾਹੀਦਾ, ਕਿਉਂਕਿ ਆਡੀਅנס ਉਹਦੇ ਨਾਲ ਜੁੜੀ ਹੋਈ ਆ। ਤੇ ਉਹ ਸਾਡੇ ਹੀ ਫਾਇਦੇ ਦੀ ਗੱਲ ਹੈ। ਉਹ ਸਾਡੇ ਵਾਸਤੇ ਸੌਖਾ ਕਰ ਦਿੰਦੇ ਰਸਤਾ ਹੋਰ ਵੀ, ਕਿ ਲੋਕਾਂ ਨੂੰ ਸਮਝਾਉਣਾ ਸੌਖਾ ਹੋ ਜਾਂਦਾ ਹੈ। ਕਿਉਂਕਿ ਜਿਸ ਤਰੀਕੇ ਨਾਲ ਇੱਥੇ ਇਕੱਠ ਆ, ਇਹਦੇ ਵਿੱਚ ਡਿਸਿਪਲਿਨ ਦਾ ਹੋਣਾ ਬਹੁਤ ਜ਼ਰੂਰੀ ਆ। ਤੇ ਜਿਹੜੇ ਬੰਦੇ ਨੂੰ ਅਸੀਂ ਆਪਣਾ ਮੰਨਦੇ ਹੋਈਏ ਨਾ ਜ਼ਿਆਦਾ, ਜਿਹਦੇ ਅਸੀਂ ਫੈਨ ਹੋਈਏ, ਅਸੀਂ ਉਹਦੀ ਗੱਲ ਜ਼ਿਆਦਾ ਕਬੂਲਦੇ ਹਾਂ। ਸੋ ਉਹ ਜ਼ਰੂਰੀ ਆ ਕਿ ਉਹਨਾਂ ਬੰਦਿਆਂ ਨੂੰ ਵੀ ਟਾਈਮ ਜਿਹੜਾ ਉਹ ਦੇਣਾ ਚਾਹੀਦਾ। ਲੱਖਾਂ ਸਿਧਾਰਾਂ ਦੀ ਫੈਨ ਫੋਲੋਇੰਗ ਬਹੁਤ ਆ, ਦੀਪ ਸਿੱਧੂ ਦੀ ਫੈਨ ਫੋਲੋਇੰਗ ਬਹੁਤ ਆ। ਤਾਂ ਅਸੀਂ ਲਗਾਤਾਰ ਦੇਖ ਰਹੇ ਹਾਂ ਕਿ ਬਾਕੀ ਜਿਹੜੇ ਗਾਇਕ ਆ ਉਹ ਉੱਥੇ ਸਟੇਜ ਦੇ ਉੱਤੇ ਜਾ ਕੇ ਬੋਲ ਰਿਹਾ। ਲੱਖਾਂ ਸਿਧਾਰਾਂ, ਦੀਪ ਸਿੱਧੂ ਤੋਂ ਕੀ ਆ ਇਹ ਜਥੇਬੰਦੀਆਂ ਨੂੰ ਕੀ ਦਿੱਕਤ ਕੋਈ ਇਹੋ ਜਿਹੀ ਕੋਈ ਹੈਗੀ ਹੈ ਕਿ ਉਹਨਾਂ ਨੂੰ ਟਾਈਮ ਨਹੀਂ ਦਿੱਤਾ ਜਾ ਰਿਹਾ? ਦੇਖੋ, ਇਹ ਹੁਣ ਟਾਈਮ ਜਿਹੜਾ ਆ ਇਹਨਾਂ ਪ੍ਰੋਬਲਮਸ ਨੂੰ ਡਿਸਕਸ ਕਰਨ ਦਾ ਨਹੀਂ ਆ। ਹੁਣ ਤਾਂ ਜੋ ਚੱਲ ਰਿਹਾ ਹੈ ਸ਼ਾਂਤਮਈ ਤਰੀਕੇ ਨਾਲ ਉਹਨੂੰ ਚੱਲਣ ਦੇਣਾ ਚਾਹੀਦਾ। ਇਹ ਆਪਾਂ ਪੰਜਾਬ ਜਾ ਕੇ ਨਜਿੱਠ ਲਵਾਂਗੇ। ਪਰ ਹੁਣ ਮਸਲਾ ਅੱਜ ਦੀ ਮੀਟਿੰਗ ਨੂੰ ਲੈ ਕੇ ਅਹਿਮ ਆ ਕਿ ਅੱਜ ਦੀ ਮੀਟਿੰਗ ਦੇ ਵਿੱਚ ਕੀ ਸਿੱਟਾ ਨਿਕਲਦਾ ਹੈ, ਕੀ ਗੱਲਬਾਤ ਚੱਲਦੀ ਹੈ, ਤੇ ਉਸ ਤੋਂ ਬਾਅਦ ਅਗਲੀ ਸਾਡੀ ਮੁਹਿੰਮ ਕੀ ਹੋਊਗੀ, ਸਾਡੀ ਵਿਉਂਤਬੰਦੀ ਕੀ ਹੋਊਗੀ। ਤੁਹਾਨੂੰ ਕੀ ਲੱਗਦਾ ਹੈ ਜਿਹੜੀ ਅੱਜ ਦੀ ਮੀਟਿੰਗ ਹੈ ਉਹਦੇ ਵਿੱਚ ਕੋਈ ਸਿੱਟਾ ਨਿਕਲੇਗਾ? ਕਿਉਂਕਿ ਪਿਛਲੀਆਂ ਜਿਹੜੀਆਂ 3 ਮੀਟਿੰਗਾਂ ਹੋ ਗਈਆਂ ਨੇ ਉਹਦੇ ਵਿੱਚ ਕੋਈ ਸਿੱਟਾ ਨਹੀਂ। ਤਾਂ ਹੁਣ ਵੀ ਇਹ ਖਬਰਾਂ ਤਾਂ ਇਹੀ ਆ ਰਹੀਆਂ ਨੇ ਕਿ ਜਿਹੜੀਆਂ ਮੰਤਰੀਆਂ ਵੱਲੋਂ ਸਹਿਮਤੀ ਨਹੀਂ ਪ੍ਰਗਟਾਈ ਜਾ ਰਹੀ ਆ। ਦੇਖੋ, ਗੱਲ ਇੰਨੀ ਹੈ ਕਿ ਨਾ ਉਮੀਦੀ ਸਾਡੀ ਫਿਤਰਤ 'ਚ ਨਹੀਂ ਹੈਗੀ। ਉਮੀਦ ਤਾਂ ਅਸੀਂ ਲਾ ਕੇ ਬੈਠੇ ਹੀ ਹਾਂ। ਬਾਕੀ ਇਹ ਹੈ ਕਿ ਹਾਂ, ਸੈਂਟਰ ਦਾ ਰਵੱਈਆ ਜਿਹੜਾ ਆ ਹੁਣ ਤੱਕ ਬੜਾ ਅੜੀਅਲ ਜਿਹਾ ਰਿਹਾ ਆ, ਤੇ ਇੱਕ ਸ਼ੱਕ ਜਿਹਾ ਤਾਂ ਉਹਨਾਂ ਦੇ ਉੱਤੇ ਹੈਗਾ ਹੀ ਆ। ਬਾਕੀ ਦੇਖਦੇ ਹਾਂ ਕੀ ਬਣਦਾ। ਤਾਂ ਸਾਡੇ ਨਾਲ ਹੋਰ ਨੌਜਵਾਨ ਯੂਥ ਦੇ ਉਹ ਵੀ ਮੌਜੂਦ ਨੇ। ਪਰਮਪਾਲ ਜੀ ਨਾਲ ਗੱਲ। ਪਰਮਪਾਲ, ਤੁਹਾਨੂੰ ਕੀ ਲੱਗਦਾ ਪੂਰੇ ਸੰਘਰਸ਼ ਨੂੰ ਜਿਹੜਾ ਖਰਾਬ ਕਰਨ ਦੀ ਵੀ ਕਿਤੇ ਨਾ ਕਿਤੇ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ? ਵੀਰੇ ਵੇਖੋ, ਇੱਕ ਗੱਲ ਸਿੱਧੀ ਜੀ ਹੈ ਵੀ ਸਟੇਟ ਹਰ ਵਾਰੀ ਇੰਨਾ ਕਿਤੇ ਕਰਦੀ ਹੁੰਦੀ ਹੈ ਨਾ। ਵੇਖੋ, ਸਾਮ ਦਾਮ ਦੰਡ ਭੇਦ ਚਾਣਕਿਆ ਨੀਤੀ ਹੈ, ਤੇ ਕਿਉਂ ਨਹੀਂ ਅਗਲੇ ਅਪਲਾਈ ਕਰਨਗੇ ਇਹਦੇ ਵਿੱਚ? ਤੇ ਮੈਨੂੰ ਲੱਗਦਾ ਵੀ ਸਾਡੇ ਜਿਹੜੇ ਵੀ ਆਗੂ ਡਿਸੀਜਨ ਮੇਕਰ ਭੂਮਿਕਾ ਦੇ ਵਿੱਚ ਹੈ, ਉਹਨਾਂ ਨੂੰ ਇਹ ਗੱਲ ਤਾਂ ਪਹਿਲਾਂ ਹੀ ਅੰਡਰਸਟੈਂਡ ਕਰਨੀ ਚਾਹੀਦੀ ਹੈ ਵੀ ਸਾਜ਼ਿਸ਼ਾਂ ਅੱਜ ਨਹੀਂ ਪਹਿਲੀ ਵਾਰੀ ਹੋਇਆ। ਸੰਘਰਸ਼ਾਂ ਨੂੰ, ਸਾਜ਼ਿਸ਼ਾਂ ਫੇਲ ਕਰਨ ਲਈ ਬੜੇ ਲੰਬੇ ਸਮੇਂ ਤੋਂ ਇਹ ਕੰਟੀਨਿਊਸਲੀ ਚੱਲਦਾ ਹੀ ਰਹਿੰਦਾ। ਇਹਦੇ 'ਚ ਕੋਈ ਜਿਹੜੀ ਹੈ ਉਹ ਨਵੀਂ ਚੀਜ਼ ਜਿਹੜੀ ਉਹ ਨਹੀਂ ਹੈਗੀ। ਇਹਦੇ 'ਚ ਤਾਂ ਸ਼ੱਕ ਕਰਨਾ ਚਾਹੀਦਾ, ਔਰ ਮੈਨੂੰ ਲੱਗਦਾ ਇਹਦੇ ਲਈ ਪ੍ਰਿਪੇਅਰ ਵੀ ਰਹਿਣਾ ਚਾਹੀਦਾ ਕਿ ਜੇ ਉਹ ਇੱਦਾਂ ਦੀ ਸਾਜ਼ਿਸ਼ ਕਰਦੇ ਸਾਡਾ ਕੀ ਜਵਾਬ ਹੋਏਗਾ। ਵੇਖੋ, 2-2.5 ਮਹੀਨੇ ਦੇ ਕਰੀਬ ਇਹ ਸੰਘਰਸ਼ ਨੂੰ ਚੱਲਦਿਆਂ ਹੋ ਗਏ। 2 ਮਹੀਨੇ ਪੰਜਾਬ 'ਚ ਆਪਾਂ ਸੰਘਰਸ਼ ਕੀਤਾ, ਪੀਸਫੁਲ ਰਿਹਾ, ਕੋਈ ਪਤਾ ਨਹੀਂ ਹਿੱਲਿਆ ਕਿਸੇ, ਮਤਲਬ ਸਿਵਾਏ ਬੀਜੇਪੀ ਦੇ ਲੀਡਰਾਂ ਦੇ
ਧਰਨਾ ਪ੍ਰਦਰਸ਼ਨ ਦੇ, ਕਿਸੇ ਨੇ ਕੋਈ ਇਦਾਂ ਦੀ ਵਾਇਲੈਂਸ ਕ੍ਰੀਏਟ ਕਰਨ ਦੀ ਕੋਸ਼ਿਸ਼ ਜਿਹੜੀ ਉਹ ਨਹੀਂ ਕੀਤੀ। ਇੱਥੇ ਵੀ ਹੁਣ ਦਿੱਲੀ ਦੇ ਵਿੱਚ ਜੇ ਦੇਖਿਆ ਜਾਵੇ, ਜਿੱਥੇ ਸਾਡਾ ਵਾਰ ਜ਼ੋਨ ਹੈ ਨਾ, ਇਸ ਟਾਈਮ ਆਪਾਂ ਬਿਲਕੁਲ ਉਸ ਜਗ੍ਹਾ ਤੇ ਖੜੇ ਆ ਜਿੱਥੇ ਬਿਲਕੁਲ ਜਿਹਨੂੰ ਆਪਾਂ ਵਾਰ ਜ਼ੋਨ ਕਹਿ ਸਕਦੇ ਹਾਂ। ਦਿੱਲੀ ਇੱਕ ਪਾਸੇ ਆ, ਆਮ ਲੋਕਾਂ ਦੇ ਨਾਲ ਕੋਈ ਰੌਲਾ ਹੀ ਨਹੀਂ ਹੈਗਾ। ਤੁਸੀਂ ਦੇਖੋ ਦੁਕਾਨਾਂ ਖੁੱਲ੍ਹੀਆਂ ਹੋਈਆਂ ਨੇ, ਲੋਕਾਂ ਦੀ ਵਿਕਰੀ ਹੋ ਰਹੀ ਆ, ਰੇਹੜੀਆਂ ਲੱਗੀਆਂ ਹੋਈਆਂ ਨੇ। ਇਹ ਸਾਰੀਆਂ ਚੀਜ਼ਾਂ ਪੰਜਾਬੀ ਮਾਨਸਿਕਤਾ ਦੱਸਦੀਆਂ ਨੇ। ਸਾਡੀਆਂ ਰਗਾਂ 'ਚ ਗੁਰੂ ਗੋਬਿੰਦ ਸਿੰਘ ਦਾ ਜਿਹੜਾ ਖੂਨ ਹੈ ਉਹ ਚੀਜ਼ ਦੀ ਝਲਕ ਦਿੰਦੀਆਂ ਨੇ ਵੀ ਅਸੀਂ ਇੱਥੇ ਦਿੱਲੀ ਨਾਲ ਟੱਕਰ ਲੈਣ ਲਈ ਆਏ ਹਾਂ। ਸਾਡਾ ਮਨਸ਼ਾ ਕਿਸੇ ਆਮ ਲੋਕਾਂ ਨੂੰ ਦਾ ਦਿਲ ਦਿਖਾਉਣਾ ਜਾਂ ਆਮ ਲੋਕਾਂ ਨੂੰ ਤਾਂ ਲੰਗਰਾਂ ਦੇ ਵਿੱਚ ਲੰਗਰ ਛਕ ਰਹੇ ਨੇ ਬਿਨਾਂ ਵਿਤਕਰੇ ਤੋਂ। ਦੇਖੋ ਉਹੀ ਚੀਜ਼ ਹੈ ਨਾ, ਉਹ ਪੰਜਾਬ ਹੈ ਨਾ। ਇਸੇ ਕਰਕੇ ਇਹ ਲੜਾਈ ਸ਼ੁਰੂ ਤੋਂ ਹੀ, ਮਤਲਬ ਇਹ 47 ਤੋਂ ਨਹੀਂ, 47 ਤੋਂ ਪਹਿਲਾਂ ਵੀ ਦਿੱਲੀ ਵਰਸਸ ਪੰਜਾਬ ਰਹੀ ਹੈ। ਬਟ ਇਸ ਵਾਰੀ ਜਿਹੜਾ ਥੋੜ੍ਹਾ ਜਿਹਾ ਮੈਨੂੰ ਲੱਗਦਾ ਕਿ ਬਹੁਤ ਸਾਰੀਆਂ ਚੀਜ਼ਾਂ ਪੋਜ਼ਿਟਿਵ ਨੇ। ਪੂਰੀ ਦੁਨੀਆ ਵਿੱਚੋਂ ਪੰਜਾਬੀ ਇਸ ਲਹਿਰ ਨਾਲ ਜੁੜੇ ਹੋਏ ਨੇ। ਇੱਥੇ ਬੈਠਾ ਹੋਇਆ ਸਿਰਫ ਪੰਜਾਬ ਹੀ ਨਹੀਂ, ਹਰਿਆਣਾ, ਰਾਜਸਥਾਨ, ਗੁਜਰਾਤ, ਸਾਰੀਆਂ ਵੱਖ-ਵੱਖ ਸਟੇਟਾਂ ਤੋਂ, ਯੂਪੀ ਦੂਰ ਤੱਕ, ਕੇਰਲ ਤੱਕ, ਕਰਨਾਟਕ ਤੱਕ ਤੋਂ ਲੀਡਰਸ, ਉਹਨਾਂ ਦਾ ਜਿਹੜਾ ਜੱਥਾ ਹੈ ਉਹ ਇੱਥੇ ਕਿਸਾਨਾਂ ਦੀ ਜਿਹੜੀ ਉਹ ਹਮਾਇਤ ਕਰਨ ਲਈ ਪਹੁੰਚਿਆ ਹੋਇਆ। ਤੇ ਇਹ ਬਹੁਤ ਵੱਡਾ ਸਾਈਨ ਹੈ ਕਿ 5-5.25 ਲੱਖ ਦੇ ਕਰੀਬ ਐਕਚੁਅਲ ਫਿਗਰ ਹੈ ਕਿ ਜਿਹੜੀ ਇਸ ਟਾਈਮ ਲੋਕ ਦਿੱਲੀ ਨੂੰ ਘੇਰ ਕੇ ਬੈਠੇ ਨੇ। ਇਹ ਬਹੁਤ ਵੱਡੀ ਗੱਲ ਹੈ। ਦੀਪ ਸਿੱਧੂ ਦੀ ਜਿਹੜੀ ਲਗਾਤਾਰ ਨੌਜਵਾਨਾਂ ਵੱਲੋਂ, ਅਸੀਂ ਵੀ ਕੱਲ੍ਹ ਦਾ ਸਰਵੇ ਜਿਹੜਾ ਕੀਤਾ ਤਾਂ ਵੱਡੀ ਮੰਗ ਸੀ ਕਿ ਦੀਪ ਸਿੱਧੂ ਨੂੰ ਜਿਹੜਾ ਜਥੇਬੰਦੀਆਂ ਨਾਲ ਲੈ ਕੇ ਚੱਲਣ। ਤੁਹਾਡੀ ਤਾਂ ਲਗਾਤਾਰ ਗੱਲ ਦੀਪ ਸਿੱਧੂ ਨਾਲ ਹੁੰਦੀ ਰਹਿੰਦੀ ਹੈ, ਮੀਟਿੰਗ ਤੁਹਾਡੀਆਂ ਹੁੰਦੀਆਂ ਰਹਿੰਦੀਆਂ। ਕੀ ਅਗਲੀ ਰਣਨੀਤੀ ਕੀ ਹੈ ਕਿ ਦੀਪ ਸਿੱਧੂ ਕਿਸ ਤਰੀਕੇ ਦੇ ਨਾਲ, ਕਿਸ ਢੰਗ ਦੇ ਨਾਲ ਜਿਹੜਾ ਵਾ ਉਹ ਇਸ ਸੰਘਰਸ਼ ਦੇ ਵਿੱਚ ਜਿਹੜਾ ਸਾਥ ਦੇਵੇਗਾ? ਦੇਖੋ ਵੀਰੇ, ਬਾਹਰਲੇ ਦੇਸ਼ਾਂ ਦੇ ਵਿੱਚ ਇੱਕ ਗੱਲ ਮੈਂ ਬਾਰ-ਬਾਰ ਦੇਖ ਰਿਹਾ, ਦੀਪ ਸਿੱਧੂ ਵੀਰੇ ਦੀ ਤੇ ਆਪਣੇ ਲੱਖਾ ਸਿਧਾਣਾ ਵੀਰੇ ਦੀ ਫੋਟੋ ਲਾ ਕੇ ਵੀ ਦੋ ਬਹੁਤ ਵਧੀਆ ਪਿਲਰਸ ਨੇ, ਉਹਨਾਂ ਨੇ ਲਹਿਰ ਨੂੰ ਯੋਗਦਾਨ ਦਿੱਤਾ। ਇਹ 'ਚ ਕੋਈ ਦੋ ਰਾਏ ਨਹੀਂ, ਕੋਈ ਸ਼ੱਕ ਨਹੀਂ। ਲੇਕਿਨ ਮਸਲਾ ਇਹ ਹੈ, ਭਾਵੇਂ ਕਿ ਅੱਜ ਵਿਚਾਰਨ ਦਾ ਟਾਈਮ ਨਹੀਂ ਹੈਗਾ, ਪਰ ਮਸਲਾ ਇਹ ਹੈ ਕਿ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹਦੇ ਵਿੱਚ ਬਹੁਤੀ ਵਾਰੀ ਜਿਹੜੀ ਕਾਮਰੇਡੀ ਵਿਚਾਰਧਾਰਾ ਉਹ ਥੋੜ੍ਹੀ ਜਿਹੀ ਭੋਰਾ ਬਾਕੀਆਂ ਨਾਲੋਂ ਵੱਧ ਹੈ। ਸਟੇਜਾਂ ਤੋਂ ਸਿੱਧਾ ਕਿਹਾ ਗਿਆ ਜਕਾਰਾ ਨਹੀਂ ਲਾਉਣ ਦੇਣਾ, ਇੱਥੇ ਆ ਕੇ ਵੀ ਸ਼ੁਰੂ 'ਚ ਕਿਹਾ ਗਿਆ ਫਤਿਹ ਨਹੀਂ ਬੁਲਾਉਣੀ ਜਾਂ ਇਹਨੂੰ ਪੰਥਕ ਰੰਗ ਨਹੀਂ ਦੇਣਾ ਕਿਉਂਕਿ ਦਿੱਲੀ ਇੱਦਾਂ ਚਾਹੁੰਦੀ ਹੈ। ਸੋ ਮਸਲਾ ਉਸੇ ਜਕਾਰਿਆਂ ਕਰਕੇ ਹੀ ਉਹ ਬੈਰੀਅਰ ਟੁੱਟੇ ਸੀ। ਉਹ ਜਕਾਰੇ ਲਾਉਂਦੇ ਅਸੀਂ ਦਿੱਲੀ ਤੱਕ ਪਹੁੰਚੇ ਸੀ। ਸਾਡਾ ਇਤਿਹਾਸ ਹੈ, ਕਾਮਰੇਡਾਂ ਦਾ ਕੋਈ ਇਤਿਹਾਸ ਨਹੀਂ ਹੈ ਵੀ ਉਹ ਦਿੱਲੀ ਕਿਵੇਂ ਪਹੁੰਚੇ ਸੀ ਜਾਂ ਉਹ ਚਾਂਦਨੀ ਉਹ ਆਪਣਾ ਲਾਲ ਕਿਲੇ ਤੱਕ ਕਿੱਦਾਂ ਪਹੁੰਚੇ ਸੀ। ਨਿਹੰਗ ਸਿੰਘ ਫੌਜਾਂ ਵੀ ਆਉਣੀਆਂ ਸ਼ੁਰੂ ਹੋ ਗਈਆਂ, ਆਪਣੇ ਮੋਰਚੇ ਉਹਨਾਂ ਨੇ ਗੱਡ ਲੈਣੇ ਬਾਰਡਰਾਂ ਦੇ। ਵੀਰੇ ਵੇਖੋ, ਕੋਈ ਵੀ ਹੈ ਜਿਹੜਾ ਪੰਜਾਬ ਦੀ ਕੋਈ ਵੀ ਧਿਰ, ਇਸਲਾਮਿਕ ਭਾਈਚਾਰਾ ਵੀ ਆਇਆ ਹੋਇਆ, ਉਹਨਾਂ ਨੇ ਆਪਣੇ ਲੰਗਰ ਲਾਏ ਹੋਏ ਨੇ। ਜਿੰਨੀਆਂ ਵੀ ਧਿਰਾਂ ਨੇ, ਚਾਹੇ ਪੰਥਕ ਨੇ, ਚਾਹੇ ਪੰਜਾਬੀ ਦੇ ਹੋਰ ਬਾਕੀ ਕਮਿਊਨਿਟੀਆਂ ਦੀਆਂ ਨੇ, ਮੈਨੂੰ ਲੱਗਦਾ ਕਿ ਸਾਰਿਆਂ ਨੇ ਆਪਣਾ ਬਣਦਾ। ਉਹਦਾ ਕਾਰਨ ਹੈ ਸਭ ਤੋਂ ਪਹਿਲਾਂ ਇਹਦਾ ਲੋਕ ਲਹਿਰ ਬਣਨਾ, ਆਪ ਮੁਹਾਰੇ ਤੁਰਨਾ। ਨੋ ਡਾਊਟ ਲੀਡਰਾਂ ਦੀ ਬਹੁਤ ਸਾਰੀਆਂ ਸਟ੍ਰੈਟਜੀ ਸੀਗੀ, ਇੱਥੇ ਬਹਿ ਜਾਾਂਗੇ, ਸ਼ੰਭੂ ਬਹਿ ਜਾਾਂਗੇ, ਖਨੌਰੀ ਬਹਿ ਜਾਾਂਗੇ। ਉਹ ਸਾਰੀਆਂ ਚੀਜ਼ਾਂ ਨੂੰ ਡ੍ਰੌਪ ਆਫ ਕਰਕੇ ਇਹ ਜਿਹੜਾ ਪੰਜਾਬ ਦੇ ਪੁੱਤ ਸੀਗੇ, ਹਰਿਆਣੇ ਨੇ ਅਗਵਾਈ ਕੀਤੀ, ਹਰਿਆਣੇ ਨੇ ਬਾਰਡਰ ਤੋੜੇ, ਇਹ ਸਾਰੇ ਦੇ ਸਾਰੇ ਇੱਥੇ ਆਏ। ਹੁਣ ਰਹੀ ਗੱਲ ਦੀਪ ਸਿੱਧੂ ਹੋਰਾਂ ਦੀ, ਵੇਖੋ ਵਿਚਾਰਧਾਰਕ ਤੌਰ ਤੇ ਥੋੜ੍ਹਾ ਜਿਹਾ ਗੈਪ ਹੈ ਕਿਉਂਕਿ ਦੀਪ ਸਿੱਧੂ ਖੁਦ ਮੁਖਤਿਆਰੀ ਦੀ ਗੱਲ ਕਰਦਾ। ਇਹ 3 ਕਿਸਾਨੀ ਜਿਹੜੇ ਕਾਨੂੰਨ ਨਿਕਾਲੇ, ਇਹਨਾਂ ਤੋਂ ਅੱਗੇ ਦੀ ਵੀ ਗੱਲ ਕਰਦਾ ਕਿ ਪੰਜਾਬ ਨਾਲ ਪਿਛਲੇ 70-75 ਸਾਲਾਂ ਤੋਂ ਧੱਕੇ ਹੋਏ ਨੇ, ਉਹਦੀ ਵੀ ਗੱਲ ਕਰਦਾ। ਬਹੁਤੀ ਵਾਰੀ ਕਿਸਾਨ ਜਥੇਬੰਦੀਆਂ ਨੂੰ ਉਹ ਚੀਜ਼ ਜਿਹੜੀ ਹੈ ਉਹ ਸ਼ਾਇਦ ਫਿੱਟ ਨਹੀਂ ਪੈਂਦੀ। ਉਹਨਾਂ ਨੂੰ ਲੱਗਦਾ ਕਿ ਸਾਡੀ ਸਟੇਜਾਂ ਦੇ ਉੱਤੇ ਇਹ ਆਉਣਗੇ ਤੇ ਇਹ ਹੋਏਗਾ। ਬਾਕੀ ਲੱਖੇ ਸਿਧਾਣੇ ਨਾਲ ਕੋਈ ਪ੍ਰੋਬਲਮ ਨਹੀਂ ਹੈ। ਸਾਡੇ ਸਾਹਮਣੇ ਲੱਖਾ ਸਿਧਾਣਾ 3-4 ਵਾਰ ਇਸ ਸਟੇਜ ਤੋਂ ਬੋਲ ਚੁੱਕੇ ਨੇ। ਸਿਰਫ ਦੀਪ ਸਿੱਧੂ ਹੋਰਾਂ ਨਾਲ ਮੇਰੇ ਖਿਆਲ ਥੋੜ੍ਹਾ ਬਹੁਤਾ ਉਹਨਾਂ ਦਾ ਵਿਚਾਰਕ ਮਤਭੇਦ ਹੈ। ਪਰ ਥੈਂਕਸ ਟੂ ਗੋਡ, ਸੱਚੇ ਪਾਤਸ਼ਾਹ ਦੀ ਕਿਰਪਾ ਹੈ ਕਿ ਦੀਪ ਸਿੱਧੂ ਨਾਲ ਰਾਤ ਵੀ ਮੀਟਿੰਗ ਸੀਗੀ, ਉਹ ਬਿਲਕੁਲ ਪੋਜ਼ਿਟਿਵ ਨੇ ਔਰ ਉਹ ਇੱਕ ਵੱਖਰੇ ਤਰ੍ਹਾਂ ਦੀ ਇੰਟਰਨੈਸ਼ਨਲ ਮੀਡੀਆ ਦੇ ਵਿੱਚ ਵੱਡੀ ਲੜਾਈ ਲੜ ਰਹੇ ਨੇ। ਉਹਨਾਂ ਦੀ ਕਈ ਹੋਈ ਜਿਹੜੇ ਥਾਟ ਪ੍ਰੋਸੈਸ ਆ ਉਹ ਪੂਰੀ ਦੁਨੀਆ 'ਚ ਪੜ੍ਹਿਆ ਸੁਣਿਆ ਜਾ ਰਿਹਾ। ਸੋ ਸਾਰੇ ਆਪਣੀ ਆਪਣੀ ਜਗ੍ਹਾ 'ਤੇ ਲੜਾਈ ਲੜ ਰਹੇ ਨੇ, ਕੋਈ ਮਸਲਾ ਨਹੀਂ। ਉਹ ਲਾਈਵ ਹੋ ਜਾਊਗਾ ਤਾਂ ਵੀ ਨੌਜਵਾਨਾਂ ਨੇ ਸੁਣ ਨਹੀਂ ਲੈਣਾ। ਜ਼ਰੂਰੀ ਨਹੀਂ ਹੈ ਕਿ ਇਸ ਸਟੇਜ ਤੋਂ ਬੋਲਣਗੇ ਤਾਂ ਹੀ ਸੁਣਨਾ। ਇਹਨੂੰ ਕੋਈ ਵੀ ਜਿਹੜਾ ਕੰਟਰਾਡਿਕਟਰੀ ਨਾ ਬਣਾਇਆ ਜਾਵੇ। ਪੂਰੀ ਦੁਨੀਆ 'ਚ ਮੈਂ ਪੰਜਾਬੀਆਂ ਨੂੰ ਬੇਨਤੀ ਕਰਾਂਗਾ ਕਿ ਸਭ ਕੁਝ ਠੀਕ ਚੱਲ ਰਿਹਾ, ਪੋਜ਼ਿਟਿਵ ਹੈ। ਦੀਪ ਸਿੱਧੂ ਨੂੰ ਇਸ ਸਟੇਜ ਤੋਂ ਨਹੀਂ ਸੁਣਨਾ, ਲਾਈਵ 'ਚ ਸੁਣ ਲਾਂਗੇ। ਦੀਪ ਸਿੱਧੂ ਖੁਦ ਪੋਜ਼ਿਟਿਵ ਨੇ ਵੀ ਮੈਂ ਆਪਣੀ ਗੱਲ ਜਿਹੜੀ ਆ ਉਹ ਨੈਸ਼ਨਲ ਇੰਟਰਨੈਸ਼ਨਲ ਚੈਨਲਾਂ ਦੇ ਰਾਹੀਂ ਪੂਰੀ ਦੁਨੀਆ ਤੱਕ ਪਹੁੰਚਾ ਰਿਹਾ। ਉਹ ਵੀ ਮੁਹਿੰਮ ਦੇ ਵਿੱਚ ਹੈ। ਬਾਕੀ ਜਿਹੜੇ ਸਾਡੇ ਆਪਸੀ ਨਿੱਕੇ ਮੋਟੇ ਰੌਲੇ ਆ ਉਹ ਅਸੀਂ ਆਪਣੇ ਪੰਜਾਬ ਜਾ ਕੇ ਜਦੋਂ ਜਿੱਤ ਜਾਾਂਗੇ ਫਿਰ ਡਿਸਕਸ ਕਰਾਂਗੇ। ਧੰਨਵਾਦ ਤੁਹਾਡਾ ਬਹੁਤ ਬਹੁਤ। ਤਾਂ ਇਹ ਤੁਸੀਂ ਸੁਣਿਆ ਕਿ ਕਿਵੇਂ ਜਿਹੜਾ ਨੌਜਵਾਨਾਂ ਵੱਲੋਂ ਜਿਹੜਾ ਇੱਥੇ ਵੱਡਾ ਇਕੱਠ ਕੀਤਾ ਜਾਇਆ। ਦੀਪ ਸਿੱਧੂ ਦੀ ਲਗਾਤਾਰ ਗੱਲ ਹੁੰਦੀ ਆ, ਲੱਖਾ ਸਿਧਾਣਾ ਦੀ ਗੱਲ ਹੁੰਦੀ ਆ। ਤਾਂ ਤੁਹਾਨੂੰ ਇੱਕ ਵਾਰੀ ਤਸਵੀਰਾਂ ਦੁਬਾਰਾ ਦਿਖਾ ਦਿੰਦੇ ਆ। ਜਿਹੜੀ ਫੋਰਸ ਲੱਗੀ ਹੋਈ ਆ, ਰੈਪਿਡ ਐਕਸ਼ਨ ਫੋਰਸ ਆ, ਤਾਂ ਲਗਾਤਾਰ ਇਹਨਾਂ ਵੱਲੋਂ ਜਿਹੜਾ ਇੱਥੇ ਇੱਕ ਦੀਵਾਰ ਬਣਾ ਕੇ ਜਿਹੜੇ ਖੜੇ ਆ ਨਾ, ਵੱਡੇ ਵੱਡੇ ਟੈਂਕ ਵਿਛਾੜਾਂ ਜਿਹੜੀਆਂ ਟੈਂਕ ਜਿਹੜੇ ਵਾਟਰ ਕੈਨਨ ਖਿਲਾਰੇ ਹੋਏ ਨੇ। ਤਾਂ ਕਿਤੇ ਵੀ ਸਰਕਾਰ ਜਿਹੜੀ ਆ ਕਦੇ ਵੀ ਇਹੋ ਜਿਹੀਆਂ ਕੁਝ ਚਾਲਾਂ ਵੀ ਚੱਲ ਸਕਦੀਆਂ ਜਿੱਥੇ ਸੰਘਰਸ਼ ਨੂੰ ਖਰਾਬ ਕਰਨ ਦੀ ਗੱਲ ਕੀਤੀ ਜਾਂਦੀ ਆ। ਤਾਂ ਤੁਸੀਂ ਦੇਖੋ ਇਹ ਤਸਵੀਰਾਂ ਸੁਰਖਾਬ ਟੀਵੀ ਦੇ ਤੁਸੀਂ ਦੇਖ ਰਹੇ ਹੋ। ਲਗਾਤਾਰ ਕੁੰਡਲੀ ਬਾਰਡਰ ਤੇ ਸਿੰਘੂ ਬਾਰਡਰ ਦੇ ਵਿਚਕਾਰ ਜਿੱਥੇ ਫੋਰਸ ਲੱਗੀ ਹੋਈ ਆ, ਲਗਾਤਾਰ ਤੁਹਾਨੂੰ ਤਸਵੀਰਾਂ ਉਹੜੀਆਂ ਦਿਖਾਈਆਂ ਜਾ ਰਹੀਆਂ ਨੇ। ਤਾਂ ਇਸ ਤੋਂ ਅਗਲੀਆਂ ਅਪਡੇਟਾਂ ਤੁਹਾਨੂੰ ਜ਼ਰੂਰ ਦਿੰਦੇ ਰਹਾਂਗੇ। ਤਾਂ ਫਿਲਹਾਲ ਤੁਸੀਂ ਦਿਓ ਇਜਾਜ਼ਤ। ਸੁਰਖਾਬ ਟੀਵੀ ਤੋਂ ਅੰਤਰਪ੍ਰੀਤ ਸਿੰਘ ਖਹਿਰਾ, ਦਿੱਲੀ।